ਮੇਨ ਆਦਰਸ਼ ਅਸਲੀ ਆਦਰਸ਼ ਇਹ ਹੈ ਕਿ ਪੰਜਾਬ ਨੂੰ ਮੁੱਦਿਆਂ ਤੇ ਵਾਪਸ ਲਿਆਇਆ ਜਾਵੇ ਕਿਉਂਕਿ ਜਿਹੜੀਆਂ ਤਿੰਨ ਪਾਰਟੀਆਂ ਮੈਦਾਨ 'ਚ ਨੇ ਉਹ ਆਪਣੀ ਲੀਡਰਸ਼ਿਪ ਦੇ ਚੱਕਰ 'ਚ ਘੁੰਮੀ ਜਾਂਦੀਆਂ। ਇਹ ਹੈ ਕਿ ਉਹ ਆਪਣੇ ਜਿਹੜੇ ਇਨਪੁੱਟ ਨੇ ਉਹਨਾਂ ਦੀਆਂ ਕੀਮਤਾਂ ਵਧਾਈ ਜਾਂਦੇ ਆ। ਸੋ ਕਿਸਾਨ ਵਿਚਾਰਾ ਫਸ ਗਿਆ ਕਿ ਉਹਦੇ ਕੋਲ ਜਿਹੜੇ ਪੈਸਟੀਸਾਈਡ ਜਿਹੜਾ ਉਹਨੂੰ ਰੇਹ ਵਿੱਚ ਪਾਉਣਾ ਪੈਂਦਾ ਹੈ ਉਹਦੀ ਕੀਮਤ ਤਾਂ ਵਧੀ ਜਾਂਦੀ ਹੈ, ਉਹਦੇ ਜਿਹੜਾ ਉਤਪਾਦਨ ਹੈ ਉਹਦੀ ਕੀਮਤ ਵੱਧਦੀ ਨਹੀਂ ਹੈ, ਥੋੜ੍ਹੀ ਵੱਧਦੀ ਹੈ। ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਤਾਂ ਉਹ ਦਿੰਦੇ ਹੀ ਨਹੀਂ ਤੁਹਾਨੂੰ। ਇਸ ਮੰਚ ਦੇ ਵਿੱਚ ਕਈ ਸੂਝਵਾਨ ਸ਼ਖਸੀਅਤਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਕੰਮ ਕਿਸ ਤਰ੍ਹਾਂ ਕਰੂਗੀ ਇਹ ਸੰਸਥਾ ਜਾਂ ਫਿਰ ਲੋਕਾਂ ਨੂੰ ਕਿਵੇਂ ਜਾਗਰੂਕ ਕਰੂਗੀ? ਦੇਖੋ ਇਹ ਮੁੱਦੇ ਕਿੱਥੇ ਸਿਆਸੀ ਪਾਰਟੀਆਂ ਇਹ ਮੁੱਦੇ ਕਿੱਥੇ ਉਠਾ ਰਹੀਆਂ। ਬੇਅਦਬੀ ਦਾ ਲੈ ਲੈਣਗੇ, ਇੱਕ ਜਿਹਨੇ ਕਰਵਾਈ ਹੈ, ਇੱਕ ਜਿਹਨੇ ਉਹਨਾਂ ਨੂੰ ਕਰਵਾਉਣ ਵਾਲਿਆਂ ਨੂੰ ਫੜਿਆ ਨਹੀਂ। ਦੋ ਪਾਰਟੀਆਂ ਤਾਂ ਉਹੀ ਹੈ, ਤੀਜੀ ਪਾਰਟੀ ਰੌਲਾ ਪਾ ਰਹੀ ਹੈ। ਉਹ ਵੀ ਅਸੀਂ ਦੇਖਿਆ ਨਹੀਂ ਕਿ ਜੇ ਉਹ ਆ ਜਾਣਗੇ ਉਹ ਕੁਝ ਕਰ ਸਕਣਗੇ ਕਿ ਨਹੀਂ। ਉਹਨਾਂ ਨੇ ਤਾਂ ਪੁਲਿਸ ਇੱਕ ਜਗ੍ਹਾ ਉਹਨਾਂ ਦੀ ਸਰਕਾਰ ਹੈ, ਉੱਥੇ ਉਹਨਾਂ ਕੋਲ ਪੁਲਿਸ ਨਹੀਂ, ਉਹਦਾ ਇੱਕ ਮੇਅਰ ਦੀ ਤਰ੍ਹਾਂ ਹੈ ਉੱਥੇ। ਹੁਣ ਉਹਨਾਂ ਹੀ ਬੰਦਿਆਂ ਦਾ ਨਾਂ ਆ ਰਿਹਾ ਜਿਹੜੇ SIT ਦੀਆਂ ਰਿਪੋਰਟਾਂ, ਉਹ ਹੁਣ ਹਾਈ ਕੋਰਟ ਨੇ ਰਿਪੋਰਟ ਖੋਲ੍ਹ ਦੇਣੀ ਹੈ। ਜੇ ਉਸੇ ਬੰਦੇ ਦਾ ਨਾਂ ਨਿਕਲਿਆ ਆਉਂਦਾ ਹੈ ਜੀ ਤੋਂ ਤੁਸੀਂ ਮਾਫੀ ਮੰਗੀ ਹੈ, ਫਿਰ ਮਤਲਬ ਕੀ ਹੋਇਆ ਕਿ ਤੁਸੀਂ ਵੋਟਾਂ ਲੈਣ ਲਈ ਨਾਅਰੇ ਲਾ ਦਿੰਦੇ ਹੋ। ਜਦ ਉਹ ਖਤਮ ਹੋ ਜਾਂਦਾ ਤਾਂ ਫਿਰ ਉਹਦੇ ਬਾਅਦ ਤੁਸੀਂ ਫਟਾਫਟ ਕੇ ਮੇਰੇ ਤੇ ਕੇਸ ਨਾ ਹੋ ਫਿਰ ਭੱਜ ਜਾਓ। ਸੋ ਇਹ ਦਿੱਲੀੋਂ ਬੈਠ ਕੇ ਪਾਰਟੀਆਂ ਨਹੀਂ ਚੱਲਣੀਆਂ। ਕੇਸੀ ਜੀ, ਕਿਸੇ ਸਿਆਸੀ ਧਿਰ ਨੂੰ ਇਹ ਮੰਚ ਜਿਹੜਾ ਸਪੋਰਟ ਕਰਦਾ ਜਾਂ ਫਿਰ ਕਿਸੇ ਸਿਆਸੀ ਧਿਰ ਦਾ ਕੰਮ ਚੰਗਾ ਲੱਗਿਆ ਹੋਵੇ? ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਉਸੇ ਨੂੰ ਮੱਦੇਨਜ਼ਰ ਰੱਖਦਿਆਂ ਸਿਆਸੀ ਧਿਰਾਂ ਵੱਲੋਂ ਕਮਰ ਕੱਸ ਲਈ ਗਈ ਹੈ। ਇਸ ਵਿਚਕਾਰ ਸਾਂਝਾ ਸੁਨਹਿਰਾ ਪੰਜਾਬ ਮੰਚ ਦੀ ਸ਼ੁਰੂਆਤ ਹੁੰਦੀ ਹੈ ਤੇ ਉਹਨਾਂ ਦੇ ਕਨਵੀਨਰ ਕੇਸੀ ਸਿੰਘ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਦੇ। ਬਹੁਤ ਖੁਸ਼ੀ ਹੈ ਜੀ। ਅੱਜ ਸਾਂਝਾ ਸੁਨਹਿਰਾ ਪੰਜਾਬ ਮੰਚ ਦੀ ਸ਼ੁਰੂਆਤ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਮੁੱਖ ਟੀਚਾ ਕੀ ਰੱਖਿਆ ਜੀ ਤੁਸੀਂ? ਦੇਖੋ ਇਹਦੇ 5-6 ਮੇਨ ਆਦਰਸ਼ ਅਸਲੀ ਆਦਰਸ਼ ਇਹ ਹੈ ਕਿ ਪੰਜਾਬ ਨੂੰ ਮੁੱਦਿਆਂ ਤੇ ਵਾਪਸ ਲਿਆਇਆ ਜਾਵੇ ਕਿਉਂਕਿ ਜਿਹੜੀਆਂ ਤਿੰਨ ਪਾਰਟੀਆਂ ਮੈਦਾਨ 'ਚ ਨੇ ਉਹ ਆਪਣੀ ਲੀਡਰਸ਼ਿਪ ਦੇ ਚੱਕਰ 'ਚ ਘੁੰਮੀ ਜਾਂਦੀਆਂ। ਜਾਂ ਇੱਕ ਇਹੋ ਜਿਹੀ ਪਾਰਟੀ ਹੈ ਜਿਹਦੇ 'ਚ ਜਿਨ੍ਹਾਂ ਨੂੰ ਪਿੰਡ 'ਚ ਨਹੀਂ ਵੜਨਾ ਦਿੱਤਾ, ਉਹ ਉਹਨਾਂ ਕੋਲ ਜਵਾਬ ਹੈ ਨਹੀਂ ਜਦ ਬੰਦੇ ਉਹਨਾਂ ਨੂੰ ਸਵਾਲ ਪੁੱਛਦੇ ਹੈ। ਪਰ ਸਵਾਲ ਉਹ ਕਿਸਾਨੀ ਦੇ ਹੀ ਪੁੱਛੇ ਜਾ ਰਹੇ ਹੈ। ਕਿਸਾਨੀ ਦਾ ਬਹੁਤ ਅਹਿਮ ਮੁੱਦਾ ਹੈ, ਲੇਕਿਨ ਹੋਰ ਵੀ ਮੁੱਦੇ ਨੇ ਜਿਨ੍ਹਾਂ 'ਤੇ ਸਵਾਲ ਪੁੱਛੇ ਜਾਣੇ ਚਾਹੀਦੇ ਹੈ। ਅਸੀਂ ਉਹ 5-6 ਮੁੱਦੇ ਲਏ ਹੈ। ਪਹਿਲਾ ਤਾਂ ਹੈਗਾ ਇਸ ਵੇਲੇ ਕਾਨੂੰਨ ਵਾਪਸ ਕਰਵਾਉਣ ਦਾ, ਕਾਲੇ ਕਾਨੂੰਨ ਜਿਹੜੇ ਬਣਾਏ ਨੇ ਸੈਂਟਰ ਨੇ। ਲੇਕਿਨ ਉਹਦੇ ਨਾਲ ਜੁੜਿਆ ਹੋਇਆ ਸਾਨੂੰ ਭੁੱਲਣਾ ਨਹੀਂ ਚਾਹੀਦਾ, ਜੇ ਕਾਨੂੰਨ ਚਲੇ ਵੀ ਜਾਂਦੇ ਹੈ ਤਾਂ ਜਿਹੜਾ ਸੰਕਟ ਪੰਜਾਬ ਦੇ ਵਿੱਚ ਕਿਸਾਨੀ 'ਤੇ ਆਇਆ ਹੋਇਆ ਹੈ, ਜਿਹੜਾ ਮਾਡਲ ਇੱਥੇ ਉਹਦਾ ਇੱਕ ਸਮੇਂ ਨਿਕਲ ਗਿਆ, ਸਾਨੂੰ ਉਹਨੂੰ ਅਗਲੇ ਲੈਵਲ 'ਤੇ ਲਿਜਾਣਾ ਪੈਣਾ ਹੈ। ਹਰੀ ਕ੍ਰਾਂਤੀ ਦਾ ਅਗਲਾ ਸਟੈਪ ਕੀ ਹੋਊਗੀ ਕਿ ਜੇ ਕਣਕ ਅਤੇ ਚਾਵਲ ਦੇ ਨਾਲ ਸੈਂਟਰ ਨਹੀਂ ਖਰੀਦਣਾ ਚਾਹੁੰਦਾ, ਉਹਦੀ ਡਿਮਾਂਡ ਨਹੀਂ ਰਹੀ, ਉਹ ਨਹੀਂ ਵਿਕ ਰਿਹਾ, ਫਿਰ ਸਾਨੂੰ ਉਹ ਸਬਜ਼ੀਆਂ ਅਤੇ ਫਰੂਟ ਦੀ ਤਰਫ ਜਾਣਾ ਪਏਗਾ। ਪਰ ਉਹ ਇਕੱਲੇ ਕਿਸਾਨ ਤਾਂ ਕਰ ਨਹੀਂ ਸਕਦੇ। ਅੱਗੇ ਕਈ ਵਾਰ ਉਹਨਾਂ ਨੇ ਅੰਗੂਰ ਉਗਾ ਕੇ ਦੇਖੇ ਹੈ, ਵਾਈਨਰੀ ਇੱਥੇ ਬਣੀ ਨਹੀਂ, ਉਹ ਅੰਗੂਰ ਜਲਦੀ ਦੇ ਕੇ ਉਹਨਾਂ ਦੇ ਫਿਰ ਬੇਕਾਰ ਹੋ ਜਾਂਦੇ ਹੈ। ਕੀਨੋ ਸਕਸੈਸਫੁਲ ਹੋ ਗਿਆ, ਸ਼ੁਰੂ ਤੱਕ ਕੀਨੋ ਵੀ ਨਹੀਂ ਸੀ ਵਿਕਦੇ। ਲੇਕਿਨ ਸਰਕਾਰ ਨੂੰ ਇੱਕ ਪਲਾਨ ਬਣਾਉਣੀ ਚਾਹੀਦੀ ਹੈ ਕਿ ਕਿਵੇਂ ਹੌਲੀ ਤਬਦੀਲੀ ਲਿਆਈਏ, ਇਹਨੂੰ ਇੱਕ ਤਰ੍ਹਾਂ ਦਾ ਕੈਲੀਫੋਰਨੀਆ ਬਣਾ ਦਈਏ। ਇੱਕ ਪਾਸੇ ਤਾਂ ਹਾਈ ਟੈਕਨੋਲੋਜੀ ਦੀਆਂ ਕੰਪਨੀਆਂ ਆਉਣ, ਦੂਜੇ ਪਾਸੇ ਇਹਨੂੰ ਸਪਲਾਈ ਚੇਨ ਬਣਾ ਕੇ ਬਾਕੀ ਹਿੰਦੁਸਤਾਨ ਨਾਲ, ਬਾਹਰ ਦੀਆਂ ਮਾਰਕੀਟਾਂ ਨਾਲ, ਖਲੀਜ ਪਈ ਹੈ ਜਿੱਥੇ ਸਾਰੇ ਫਲ ਫਰੂਟ ਬਾਹਰੋਂ ਆਉਂਦੇ ਹੈ, ਉਹਦੇ ਨਾਲ ਜੁੜ ਕੇ ਅਸੀਂ ਇੱਕ ਸਪਲਾਈ ਚੇਨ ਬਣਾਵੇ ਜਿਹਦੇ ਗਵਰਨਮੈਂਟ 'ਚ ਇਹਨਾਂ ਨੂੰ ਵੀ ਹਿੱਸਾ ਬਣਾਉਣ, ਕਿਸਾਨਾਂ ਨੂੰ ਕੋਆਪਰੇਟਿਵ ਬਣੇ, ਤਾਂ ਕਿ ਉਹ ਜਿਹੜੀ ਵੈਲਿਊ ਐਡੀਸ਼ਨ ਹੁੰਦੀ ਹੈ ਉਹਦੇ ਵਿੱਚ ਉਹ ਕਿਸਾਨ ਵੀ ਫਾਇਦਾ, ਉਹਨਾਂ ਨੂੰ ਵੀ ਕੋਈ ਉਹਦੇ 'ਚ ਨਹੀਂ। ਤੁਸੀਂ ਕਹਿੰਦੇ ਕਿਸਾਨ ਦੀ ਆਮਦਨ ਵਧਾਉਣੀ ਹੈ, ਕਿਵੇਂ ਵਧਾ ਸਕਦੇ ਹੋ ਤੁਸੀਂ ਆਮਦਨ? ਜਾਂ ਤਾਂ ਉਤਪਾਦਨ ਵਧੇ ਜਾਂ ਫਸਲਾਂ ਦੀ ਕੀਮਤ ਵਧੇ। ਅੱਛਾ, ਕੀਮਤ ਹੋਰ ਵੱਧ ਨਹੀਂ ਸਕਦੀ, ਉਹਦੇ 'ਤੇ ਤੁਸੀਂ ਲੜੀ ਜਾਓ। ਇੱਕ ਕੋਈ ਇੰਟਰਨੈਸ਼ਨਲ ਲੈਵਲ ਵੀ ਹੈ ਉਹ ਪ੍ਰਾਈਸ ਦੀ। ਫਿਰ ਗਵਰਨਮੈਂਟ, ਕੋਈ ਵੀ ਗਵਰਨਮੈਂਟ ਸੈਂਟਰ ਦੀ ਗਵਰਨਮੈਂਟ ਹੋਊਗੀ, ਉਹਨੂੰ ਸੋਚਣਾ ਪੈਂਦਾ ਜੇ ਜ਼ਿਆਦਾ ਅਸੀਂ ਇਹਦੀ ਕੀਮਤ ਵਧਾ ਦਾਂਗੇ ਤਾਂ ਲੋਕਾਂ ਦੀ ਜਿਹੜੀ ਆਮ ਲੋਕ ਨੇ, ਵੋਟਾਂ ਤਾਂ ਉਹਨਾਂ ਦੀਆਂ ਨਾ ਜ਼ਿਆਦਾ ਪੂਰੇ ਹਿੰਦੁਸਤਾਨ 'ਚ, ਉਹਨਾਂ 'ਤੇ ਮਹਿੰਗਾਈ ਵੱਧ ਜਾਏਗੀ। ਮਹਿੰਗਾਈ ਵੱਧ ਜਾਏਗੀ ਤਾਂ ਸਰਕਾਰ 'ਤੇ ਅਸਰ ਪੈਂਦਾ। ਸੋ ਇਸ ਕਰਕੇ ਤੁਸੀਂ ਹਰੇਕ ਸਾਲ ਤੱਕ ਕੀਮਤ ਦੀ ਪੁਸ਼ ਕਰੇ। ਹਾਂ, ਇਹ ਹੈ ਕਿ ਉਹ ਆਪਣੇ ਜਿਹੜੇ ਇਨਪੁੱਟ ਨੇ ਉਹਨਾਂ ਦੀਆਂ ਕੀਮਤਾਂ ਵਧਾਈ ਜਾਂਦੇ ਹੈ। ਸੋ ਕਿਸਾਨ ਵਿਚਾਰਾ ਫਸ ਗਿਆ ਕਿ ਉਹਦੇ ਕੋਲ ਜਿਹੜੇ ਪੈਸਟੀਸਾਈਡ ਜਿਹੜਾ ਉਹਨੂੰ ਰੇਹ ਵਿੱਚ ਪਾਉਣਾ ਪੈਂਦਾ ਹੈ, ਉਹਦੀ ਕੀਮਤ ਤਾਂ ਵਧੀ ਜਾਂਦੀ ਹੈ, ਉਹਦੇ ਜਿਹੜਾ ਉਤਪਾਦਨ ਹੈ ਉਹਦੀ ਕੀਮਤ ਵੱਧਦੀ ਨਹੀਂ ਹੈ, ਥੋੜ੍ਹੀ ਵੱਧਦੀ ਹੈ। ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਤਾਂ ਉਹ ਦਿੰਦੇ ਹੀ ਨਹੀਂ ਤੁਹਾਨੂੰ।
ਥੋੜ੍ਹਾ ਜਿਹਾ ਵਧਾਉਂਦੇ ਆ, ਜਿੰਨਾ ਥੋੜ੍ਹਾ ਖਰਚਾ ਹੋਇਆ ਉਹਦੇ ਥੋੜ੍ਹਾ ਜਿਹਾ ਵਧਾ ਕੇ। ਤਾਂ ਇਸ ਕਰਕੇ ਕਿਸਾਨ ਦੇ ਇੱਕ ਤਾਂ ਜ਼ਮੀਨ ਜਿਹੜੀ ਉਹਦੇ ਕੋਲ ਹੈ ਉਹ ਘਟ ਗਈ ਹੈ, ਛੋਟੇ ਟੁਕੜੇ ਹੈ, ਔਰ ਦੂਜਾ ਉਹਦੀ ਆਮਦਨ ਨਹੀਂ ਵਧ ਰਹੀ। ਤੇ ਇਸੇ ਕਰਕੇ ਆਤਮ ਹੱਤਿਆ, ਇਸੇ ਕਰਕੇ ਕਰਜ਼ਾ। ਸੋ ਉਹ ਜਿਹੜਾ ਸੰਕਟ ਹੈ ਉਹਨੂੰ ਭੁੱਲਣਾ ਨਹੀਂ ਸਾਨੂੰ ਚਾਹੀਦਾ ਜਦ ਅਸੀਂ ਕਿਸਾਨ ਦੀ ਜਿਹੜੀ ਲੜਾਈ ਸੈਂਟਰ ਨਾਲ ਲੜ ਰਿਹਾ ਉਹ ਚੱਲ ਰਹੀ ਹੈ। ਉਸ ਮੁੱਦੇ ਤੇ ਅਸੀਂ ਬਹਿਸ ਕਰਾਂਗੇ। ਐਗਰੀਕਲਚਰ ਦੇ ਜਿਹੜੇ ਖੇਤੀਬਾੜੀ ਦੇ ਵਿਗਿਆਨ ਸੁਲਝੇ ਹੋਏ ਬੰਦੇ ਨੇ ਉਹਨਾਂ ਨੂੰ ਪੁੱਛਾਂਗੇ, ਦੱਸੋ ਇਹਦੇ 'ਚ ਕਿਵੇਂ ਹੋ ਸਕਦਾ ਹੈ। ਇਸ ਮੰਚ ਦੇ ਵਿੱਚ ਕਈ ਸੂਝਵਾਨ ਸ਼ਖਸੀਅਤਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਕੰਮ ਕਿਸ ਤਰ੍ਹਾਂ ਕਰੂਗੀ ਇਹ ਸੰਸਥਾ ਜਾਂ ਫਿਰ ਲੋਕਾਂ ਨੂੰ ਕਿਵੇਂ ਜਾਗਰੂਕ ਕਰੂਗੀ? ਦੇਖੋ 16 ਬੰਦੇ ਆ ਸਾਰੇ। ਸੋ ਜੇ ਮੁੱਦੇ 'ਚ ਮੈਂ ਜਲਦੀ ਦੂਸਰੇ ਮੁੱਦੇ ਦੱਸਦਾ। ਲਾਅ ਐਂਡ ਆਰਡਰ ਹੈ ਜਿਹਦੀ ਬਹੁਤ ਚਿੰਤਾ ਹੈ, ਤੇ ਗੈਂਗਸਟਰਸ ਨੇ, ਮਾਫੀਆ ਹੈ, ਰੇਤੇ ਦੀ ਜਿਹੜੀ ਵਿਕਰੀ ਹੈਗੀ ਹੈ ਉਹਦੇ 'ਚੋਂ ਚੋਰੀ ਹੋ ਰਹੀ ਹੈ, ਸ਼ਰਾਬ ਦੀ ਵਿਕਰੀ 'ਚੋਂ ਚੋਰੀ ਹੋ ਰਹੀ ਹੈ, ਫਿਰ ਨਸ਼ਿਆਂ ਦਾ ਸਾਰਿਆਂ ਤੋਂ ਵੱਡਾ ਪ੍ਰੋਬਲਮ ਹੈ। ਸੋ ਉਹ ਨਸ਼ੇ ਵਾਲਿਆਂ ਨੂੰ ਉਹ ਵੀ ਗੁੱਥਮੁੱਤ ਹੋਏ ਆ ਪੁਲਿਸ ਨਾਲ। ਸੋ ਉਹਨੂੰ ਕਿਵੇਂ ਤੋੜਨਾ, ਇਹ ਜਿਹੜੇ ਲਿੰਕ ਨੇ ਕਿਵੇਂ ਟੁੱਟਣਗੇ। ਫਿਰ ਆ ਜਾਂਦਾ ਹੈ ਨੌਜਵਾਨਾਂ ਦਾ ਮੁੱਦਾ, ਉਹਨਾਂ ਦੀ ਪੜ੍ਹਾਈ, ਜਿਹੜੀ ਪੜ੍ਹਾਈ ਉਹ ਕਰਦੇ ਆ ਉਹਦੇ ਨਾਲ ਨੌਕਰੀਆਂ ਨਹੀਂ ਮਿਲਦੀਆਂ। ਨੌਕਰੀਆਂ ਕਿਉਂ ਨਹੀਂ ਮਿਲਦੀਆਂ? ਫਿਰ ਉਹ ਸਾਰੇ ਬਾਹਰ ਜਾਣਾ ਚਾਹੁੰਦੇ ਆ, ਪ੍ਰਵਾਸੀ ਬਣ ਜਾਂਦੇ ਆ। ਤਾਂ ਇਸ ਕਰਕੇ ਪੰਜਾਬ ਨੂੰ ਕਿਉਂ ਛੱਡ ਕੇ ਭੱਜਣਾ ਚਾਹੁੰਦੇ ਬੰਦੇ? ਫਿਰ ਉਹਦੇ ਨਾਲ ਜੁੜ ਜਾਂਦੀ ਆ ਮਹਾਮਾਰੀ ਤੋਂ ਪਤਾ ਲੱਗਿਆ ਸਿਹਤ। ਪਿੰਡਾਂ 'ਚੋਂ ਵਿਚਾਰੇ ਬੰਦੇ ਬਿਮਾਰ, ਐਂਬੂਲੈਂਸਾਂ ਜਿਵੇਂ ਡਾਕਟਰ ਸਾਹਿਬ ਪਹਿਲਾਂ ਦੱਸ ਰਹੇ ਸੀ, ਐਂਬੂਲੈਂਸਾਂ ਫ੍ਰੀ ਨਹੀਂ ਹੈਗੀਆਂ। ਡਾਕਟਰ ਤੁਸੀਂ ਮਹਿੰਗੇ ਹਸਪਤਾਲ ਜਾਂਦੇ ਹੋ, ਪੈਸੇ ਮੰਗਦੇ ਤੁਹਾਡੇ ਤੋਂ। ਤਾਂ ਇਹਨੂੰ ਕਿਵੇਂ ਆਮ ਬੰਦੇ ਨੂੰ ਕਿਵੇਂ ਮਦਦ ਮਿਲੇ, ਸੋਸ਼ਲ ਸਿਕਿਉਰਿਟੀ ਮਿਲੇ, ਜਿਹਦੇ ਨਾਲ ਉਹਨੂੰ ਇਹ ਇਤਬਾਰ ਹੋਵੇ ਕਿ ਮੇਰੀ ਇੱਕ ਮਿਨੀਮਮ ਇਨਕਮ ਹੈ, ਉਹਦੇ ਵਿੱਚ ਮੈਨੂੰ ਜੇ ਮੈਂ ਬਿਮਾਰ ਹੋਊਂਗਾ ਤਾਂ ਵੀ ਮੇਰਾ ਇਲਾਜ ਠੀਕ ਹੋਊਗਾ। ਜੇ ਮੇਰੇ ਬੱਚੇ ਨੇ ਉਹ ਪੜ੍ਹ ਲਿਖ ਕੇ ਉਹਨਾਂ ਨੂੰ ਕੋਈ ਨੌਕਰੀ ਮਿਲੂਗੀ। ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ। ਕੱਲਾ ਤੁਸੀਂ ਇੱਕ ਮੁੱਦਾ ਲੈ ਲਓ ਤਾਂ ਉਹਦੇ ਨਾਲ ਪੰਜਾਬ ਸੁਨਹਿਰਾ ਪੰਜਾਬ ਨਹੀਂ ਬਣਦਾ। ਸਰ ਬਾਕੀ ਜਿੰਨੀਆਂ ਸਿਆਸੀ ਧਿਰਾਂ ਉਹ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰ ਹੀ ਰਹੀਆਂ ਨੇ ਕਿ ਸਾਨੂੰ ਜਿਤਾਓ, ਅਸੀਂ ਤੁਹਾਡੇ ਲਈ ਸਹੂਲਤਾਂ ਲੈ ਕੇ ਆਵਾਂਗੇ। ਤੇ ਇਹ ਜਿਹੜਾ ਮੰਚ ਹੈ ਇਹ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰੂਗਾ? ਕਿਹੜੇ ਪਲੇਟਫਾਰਮ ਤੇ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ? ਦੇਖੋ ਇਹ ਮੁੱਦੇ ਕਿੱਥੇ, ਸਿਆਸੀ ਪਾਰਟੀਆਂ ਇਹ ਮੁੱਦੇ ਕਿੱਥੇ ਉਠਾ ਰਹੀਆਂ? ਬੇਅਦਬੀ ਦਾ ਲੈ ਲੈਣਗੇ। ਇੱਕ ਜਿਹਨੇ ਕਰਵਾਈ ਹੈ, ਇੱਕ ਜਿਹਨੇ ਉਹਨਾਂ ਨੂੰ ਕਰਵਾਉਣ ਵਾਲਿਆਂ ਨੂੰ ਫੜਿਆ ਨਹੀਂ। ਦੋ ਪਾਰਟੀਆਂ ਤਾਂ ਉਹੀ ਹੈ। ਤੀਜੀ ਪਾਰਟੀ ਰੌਲਾ ਪਾ ਰਹੀ ਹੈ, ਉਹ ਵੀ ਅਸੀਂ ਦੇਖਿਆ ਨਹੀਂ ਕਿ ਜੇ ਉਹ ਆ ਜਾਣਗੇ ਉਹ ਕੁਝ ਕਰ ਸਕਣਗੇ ਕਿ ਨਹੀਂ। ਉਹਨਾਂ ਨੇ ਤਾਂ ਪੁਲਿਸ, ਇੱਕ ਜਗ੍ਹਾ ਉਹਨਾਂ ਦੀ ਸਰਕਾਰ ਹੈ, ਉੱਥੇ ਉਹਨਾਂ ਕੋਲ ਪੁਲਿਸ ਨਹੀਂ, ਉਹਦਾ ਇੱਕ ਮੇਅਰ ਦੀ ਤਰ੍ਹਾਂ ਹੈ ਉੱਥੇ। ਤਾਂ ਇਸ ਕਰਕੇ ਦੋ ਪਾਰਟੀਆਂ ਦਾ ਕੰਟਰੋਲ ਦਿੱਲੀ 'ਚ ਹੈ, ਤੀਜੀ ਪਾਰਟੀ ਦਾ ਇੱਕ ਫੈਮਿਲੀ ਕੋਲ ਹੈ, ਟੱਬਰ ਕੋਲ ਹੈ। ਤਾਂ ਇਸ ਕਰਕੇ ਇਸ ਝੰਜਟ 'ਚੋਂ ਨਿਕਲਣ ਲਈ ਲੋਕਾਂ ਨੂੰ ਇਹ ਕਹਿਣਾ ਕਿ ਇਹ ਮੁੱਦਿਆਂ 'ਤੇ ਕੀ ਰਸਤਾ ਹੋ ਸਕਦਾ ਹੈ, ਕੀ ਕਠਿਨਾਈਆਂ 'ਚੋਂ ਨਿਕਲਣ ਦਾ ਅੱਗੇ ਰਸਤਾ ਹੈ, ਉਹ ਅਲੱਗ-ਅਲੱਗ ਗਰੁੱਪ ਬਣਾਵਾਂਗੇ। ਜ਼ਰੂਰੀ ਨਹੀਂ ਸਾਰੇ 16 ਇਕੱਠੇ ਹੋਣ। ਜੇ ਅਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਾਂ ਤਾਂ ਡੀਜੀਪੀ ਹੈਗੇ ਸਾਡੇ ਕੋਲ, ਹੋਰ ਵੀ ਮਿੱਤਰ ਡੀਜੀਪੀ ਹੈ, ਇੱਕ ਦੋ ਉਹ ਬੁਲਾਓ, ਬਾਕੀ ਹੋਰ ਬੰਦੇ ਬੁਲਾ ਕੇ 4-5 ਬੰਦੇ ਗੱਲ ਕਰਨ, ਉਹਦੇ 'ਚੋਂ ਕੀ ਨਿਕਲ ਕੇ ਆਉਂਦਾ ਉਹ ਲੋਕਾਂ ਨੂੰ ਦੱਸੀਏ। ਇਵੇਂ ਨੌਜਵਾਨਾਂ ਦਾ ਕੀ ਆਪਸ਼ਨਸ ਹੋ ਸਕਦੀਆਂ, ਕਿੱਥੇ ਨੌਕਰੀਆਂ ਮਿਲ ਸਕਦੀਆਂ, ਕਿਵੇਂ ਪੰਜਾਬ 'ਚ ਇਨਵੈਸਟਮੈਂਟ ਆਏਗੀ। ਇਨਵੈਸਟਮੈਂਟ 'ਚ ਇੰਡਸਟਰੀ ਪਿੱਛੇ ਹੈ। ਫਿਰ ਬਿਜਲੀ ਦਾ ਗੱਲ ਕਰ ਰਹੇ, ਹੁਣ ਉਹ ਗੱਲ ਕਰ ਰਿਹਾ ਜੋ ਬਿਜਲੀ ਦੇ ਕਾਂਟਰੈਕਟ ਕੱਟ ਦਿਓ। ਬਈ ਉਹਨਾਂ 'ਚੋਂ ਇੱਕ ਬੰਦਾ ਇਹੋ ਜਿਹਾ ਜਿਹਨੂੰ ਉਹ ਮੰਤਰਾਲੇ ਮਿਲਿਆ ਸੀ, ਨਹੀਂ ਲਿਆ ਉਦੋਂ। ਜੇ ਮੰਤਰਾਲੇ ਲੈ ਲਿਆ ਹੁੰਦਾ ਤਾਂ ਕੱਟ ਦਿੰਦਾ ਉਹਨਾਂ ਦੇ ਕਾਂਟਰੈਕਟ। 2 ਸਾਲ ਦੇ ਬਾਅਦ ਜਾਂ 6 ਮਹੀਨੇ ਇਲੈਕਸ਼ਨ ਰਹਿ ਜਾਣੇ, ਹੁਣ ਉਹਨਾਂ ਨੂੰ ਕਾਂਟਰੈਕਟ ਯਾਦ ਆਉਂਦੇ ਆ। ਕਾਂਟਰੈਕਟ ਤਾਂ ਉਦੋਂ ਵੀ ਸੀ 6 ਮਹੀਨੇ ਪਹਿਲਾਂ। ਤਾਂ ਇਸ ਕਰਕੇ ਇਹ ਮੌਕੇ ਸਾਜ਼ ਨੇ, ਇਹ ਮੁੱਦੇ ਉਦੋਂ ਹੀ ਉਠਾਉਣਗੇ ਜਦ ਇਲੈਕਸ਼ਨ ਆਉਣ। ਸਾਡਾ ਮੰਚ ਜਿਹੜਾ ਇਹ ਮੁੱਦੇ ਉਠਾਉਂਦਾ ਰਹੂਗਾ, ਕਿਉਂਕਿ ਇਹਨੂੰ ਕੋਈ ਮੌਕੇ ਨਾਲ। ਸਰ ਸਵਾਲ ਉਹੀ ਹੈ, ਤੁਸੀਂ ਲੋਕਾਂ ਤੱਕ ਕਿੱਦਾਂ ਪਹੁੰਚ ਕਰੋਗੇ ਜਾਂ ਫਿਰ ਕੋਈ ਮੰਚ ਲਾਓਗੇ? ਕਿਸ ਤਰ੍ਹਾਂ ਤੁਸੀਂ ਸਕੂਲਾਂ ਦੇ ਵਿੱਚ ਜਾਓਗੇ? ਕਿਸ ਤਰ੍ਹਾਂ ਇਕੱਠ ਕਰੋਗੇ? ਸਵਾਲ ਇਹੀ ਹੈ। ਦੇਖੋ ਅੱਜ ਦੇ ਟਾਈਮ 'ਚ ਜਦ ਸਕੂਲ ਵੀ ਸਾਰੇ ਖੁੱਲ੍ਹੇ ਨਹੀਂ, ਕਾਲਜ ਨਹੀਂ ਖੁੱਲ੍ਹੇ, ਵੱਖ-ਵੱਖ ਤਰੀਕੇ ਹੈ। ਇੱਕ ਤਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਪ੍ਰਿੰਟ ਮੀਡੀਆ 'ਚ ਜਾਊਗਾ, ਵੈਬ 'ਤੇ ਜਾਊਗਾ, ਸੋਸ਼ਲ ਮੀਡੀਆ 'ਤੇ ਜਾਊਗਾ। ਸਾਡਾ ਮੰਚ ਹੁਣੇ ਮੈਨੂੰ ਦੱਸ ਰਹੇ ਟਵਿੱਟਰ 'ਤੇ ਨੰਬਰ 4 'ਤੇ ਟ੍ਰੈਂਡ ਕਰ ਰਿਹਾ। ਸੋ ਟਵਿੱਟਰ 'ਤੇ ਜਾਵਾਂਗੇ, ਫੇਸਬੁੱਕ 'ਤੇ ਜਾਵਾਂਗੇ, ਇੰਸਟਾਗ੍ਰਾਮ 'ਤੇ ਜਾਵਾਂਗੇ। ਲੋਕ ਅੱਜ ਕੱਲ੍ਹ ਹਰੇਕ ਬੰਦਾ ਇਹਨੂੰ ਦੇਖ ਰਿਹਾ, ਇਹਦੇ ਨਾਲ ਜੁੜਿਆ ਹੋਇਆ। ਸੋ ਉਹ ਗੱਲਬਾਤ ਲੋਕਾਂ ਨਾਲ ਕਰਨ ਦੇ ਤਰੀਕੇ ਬਦਲ ਗਿਆ ਪਿਛਲੇ ਸਾਲ 1.5 ਸਾਲ ਦੀ ਕਿਸਾਨਾਂ ਦੇ ਅੰਦੋਲਨ ਕਰਕੇ ਔਰ ਇਹ ਬਿਮਾਰੀ ਕਰਕੇ। ਜਿਸ ਤਰੀਕੇ ਨਾਲ ਪਹਿਲਾਂ ਕਿ ਜੀ 50,000 ਦਾ ਕੱਟ ਕਰ ਲਓ, ਲੱਖ ਦਾ ਕੱਟ ਕਰ ਲਓ, ਉਹ ਨਹੀਂ ਰਿਹਾ। ਹੁਣ ਤੁਹਾਨੂੰ ਆਪਾਂ ਗੱਲ ਕਰ ਰਹੇ ਹਾਂ, ਲੋਕ ਦੇਖਣਾ ਚਾਹੁੰਦੇ ਨੇੜਿਓਂ। ਜਿਹੜਾ ਬੰਦਾ ਗੱਲ ਕਰ ਰਿਹਾ ਉਹ ਇਹ ਨਹੀਂ ਚਾਹੁੰਦੇ ਉਹ ਵੱਡੇ ਮੰਚ 'ਚ ਖੜਾ ਹੈ, ਇੰਨੀ ਦੂਰੋਂ ਉਹਨੂੰ ਦੇਖ ਲਓ, ਲੈਕਚਰ ਦੇ ਕੇ ਚੱਲਦੇ ਰਹਿਣ, ਉਹ ਨਹੀਂ ਗੱਲ ਬਣੇਗੀ। ਸੋ ਲੋਕ ਫਿਰ ਜਵਾਬ ਵੀ ਮੰਗਦੇ ਆਪਣੇ ਸਵਾਲਾਂ ਦਾ, ਉਹਨਾਂ ਦੇ ਸਵਾਲ ਵਧਾਵਾਂਗੇ। ਹੁਣ ਇਹ ਇਕੱਲੇ ਸਵਾਲ ਨਾ ਪੁੱਛੋ, ਜੇ ਅੱਗੇੋਂ ਇਹ ਗੱਪ ਲਾਉਂਦਾ ਤੁਹਾਨੂੰ ਦੱਸਾਂਗੇ ਇਹਦਾ ਜਵਾਬ ਵੀ ਕੀ ਹੈ। ਉਹਨੂੰ ਪੁੱਛੋ ਆਹ ਕਿਉਂ ਨਹੀਂ ਕੀਤਾ ਤੁਸੀਂ। 20 ਸਾਲ ਪਿਛਲਾ ਰਾਜ ਜਾਂ ਤਾਂ ਕੈਪਟਨ ਸਾਹਿਬ ਦਾ ਰਿਹਾ ਜਾਂ ਬਾਦਲਾਂ ਦਾ ਰਿਹਾ। 2020 ਤੋਂ ਹੀ
ਸਾਡੀ ਜਿਹੜੀ ਪਰ ਕੈਪੀਟਾ ਉਹ ਥੱਲੇ ਨੂੰ ਜ਼ਿਆਦਾ ਜਾਣੀ ਸ਼ੁਰੂ ਹੋਈ ਹੈ। ਦੱਸਣ ਜਵਾਬਦੇਹ ਨੇ ਕਿਉਂ ਹੋਈ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਖੇਤੀਬਾੜੀ 'ਚ ਕਿਉਂ ਸਾਡੀ ਗਰੋਥ ਘੱਟ ਹੈ, ਇੰਡਸਟਰੀ ਕਿਉਂ ਨਹੀਂ ਆਈ ਪੰਜਾਬ 'ਚ, ਲਾਅ ਐਂਡ ਆਰਡਰ ਕਿਉਂ ਵਿਗੜਿਆ। ਹੁਣ ਤੁਹਾਨੂੰ ਯਾਦ ਆਉਂਦਾ ਚਿੱਟਾ, ਸਭ ਨੂੰ ਪਤਾ ਹੈ। ਅੱਛਾ, ਹੁਣ ਹਾਲਾਤ ਐਸੀ ਬਦਲ ਗਈ ਹੈ, ਤਾਲਿਬਾਨ ਆ ਗਈ ਹੈ ਅਫਗਾਨਿਸਤਾਨ 'ਚ। ਪਾਕਿਸਤਾਨ ਤਾਂ ਪਹਿਲਾਂ ਹੀ ਇੱਥੇ ਹਾਲਾਤ ਵਿਗਾੜਨ ਲੱਗਿਆ ਹੋਇਆ, ਜਿਹੜੇ ਡਰੋਨਾਂ ਦੇ ਰਾਹੀਂ ਹਥਿਆਰ ਸਿੱਟਦੇ ਹੈ, ਉਹਨਾਂ ਦਾ ਦਿਲਚਸਪੀ ਪੰਜਾਬ 'ਚ ਨਹੀਂ ਹੈ। ਉਹ ਕਸ਼ਮੀਰ ਚਾਹੁੰਦੇ ਹੈ, ਉਹ ਚਾਹੁੰਦੇ ਜੇ ਪੰਜਾਬ ਨੂੰ ਅਸੀਂ ਸੰਤੁਲਨ ਪੰਜਾਬ ਦਾ ਹਿਲਾ ਦਈਏ, ਕਸ਼ਮੀਰ 'ਚ ਫਾਇਦਾ ਹੁੰਦਾ ਉਹਨਾਂ ਨੂੰ। ਕੇਸੀ ਜੀ, ਤੁਸੀਂ ਦੋ ਰਵਾਇਤੀ ਪਾਰਟੀਆਂ ਦੀ ਗੱਲ ਕੀਤੀ ਹੈ, ਤੁਹਾਡਾ ਕਿਤੇ ਨਾ ਕਿਤੇ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਹੈ ਕਿ ਲੋਕ ਉਹਨਾਂ ਤੇ ਭਰੋਸਾ ਕਰ ਸਕਦੇ ਨੇ ਇਸ ਵੇਲੇ। ਦੇਖੋ, ਲੋਕ ਸੋਚਣਗੇ, ਲੋਕਾਂ ਨੇ ਪਿਛਲੀ ਵਾਰੀ 5 ਸਾਲ ਪਹਿਲਾਂ ਬੜਾ ਭਰੋਸਾ ਕੀਤਾ ਸੀ। ਜਿਸ ਤਰੀਕੇ ਨਾਲ ਉਹ ਪੇਸ਼ ਆਏ, ਦੇਖੋ ਉਹਨਾਂ ਦੇ ਲੀਡਰ ਆ ਕੇ ਪਹਿਲਾਂ ਤਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਮੈਂ ਜੇਲ੍ਹ 'ਚ ਦੇ ਦੂੰਗਾ ਜਿਹੜੇ ਡਰੱਗ ਦੇ ਮਾਫੀਆ ਦੇ ਦੂਜੀ ਪਾਰਟੀ 'ਚ ਹੈਗੇ ਹੈ। ਉਹਨਾਂ ਨੇ ਜਦ ਕੇਸ ਕਰਤਾ ਫਿਰ ਮਾਫੀ ਮੰਗ ਲਈ। ਜਾਂ ਤਾਂ ਤੁਸੀਂ ਐਵੇਂ ਨਾਅਰੇ ਲਾਉਂਦੇ ਹੋ ਇਲੈਕਸ਼ਨਾਂ ਦੇ ਵਿੱਚ, ਫਿਰ ਮਾਫੀ ਮੰਗਣ ਦੀ ਕੀ ਗੱਲ ਸੀ। ਹੁਣ ਉਹਨਾਂ ਹੀ ਬੰਦਿਆਂ ਦਾ ਨਾਂ ਆ ਰਿਹਾ ਜਿਹੜੇ SIT ਦੀਆਂ ਰਿਪੋਰਟਾਂ, ਉਹ ਹੁਣ ਹਾਈ ਕੋਰਟ ਨੇ ਰਿਪੋਰਟ ਖੋਲ੍ਹ ਦੇਣੀ ਹੈ। ਜੇ ਉਸੇ ਬੰਦੇ ਦਾ ਨਾਂ ਨਿਕਲਿਆ ਆਉਂਦਾ ਹੈ ਜੀ ਤੋਂ ਤੁਸੀਂ ਮਾਫੀ ਮੰਗੀ ਹੈ, ਫਿਰ ਮਤਲਬ ਕੀ ਹੋਇਆ ਕਿ ਤੁਸੀਂ ਵੋਟਾਂ ਲੈਣ ਲਈ ਨਾਅਰੇ ਲਾ ਦਿੰਦੇ ਹੋ। ਜਦ ਉਹ ਖਤਮ ਹੋ ਜਾਂਦਾ ਹੈ ਤਾਂ ਫਿਰ ਉਹਦੇ ਬਾਅਦ ਤੁਸੀਂ ਫਟਾਫਟ ਕਿ ਮੇਰੇ ਤੇ ਕੇਸ ਨਾ ਹੋ, ਫਿਰ ਭੱਜੋ। ਸੋ ਇਹ ਦਿੱਲੀੋਂ ਬੈਠ ਕੇ ਪਾਰਟੀਆਂ ਨਹੀਂ ਚੱਲਣੀਆਂ। ਜੇ ਰਿਮੋਟ ਕੰਟਰੋਲ ਦਿੱਲੀ 'ਚ ਹੈ, ਫਿਰ ਆਪ ਤੇ ਕਾਂਗਰਸ ਦੇ ਵਿੱਚ ਕੀ ਫਰਕ ਹੈ। ਅੱਜ ਦੇਖੋ, ਕਾਂਗਰਸ ਪਾਰਟੀ ਸਿੱਧੂ ਸਾਹਿਬ ਅੱਜ ਮੇਰੇ ਖਿਆਲ ਗਏ ਨੇ ਦੇਹਰਾਦੂਨ। ਉੱਥੋਂ ਦੇਹਰਾਦੂਨ ਮੇਰਾ ਤਾਂ ਖਿਆਲ ਸੀ ਰਸਤਾ ਕਰਨਾਲ ਦੇ ਵਿੱਚੋਂ ਜਾਂਦਾ ਦਿੱਲੀ ਦਾ, ਇਹ ਗਏ ਦੇਹਰਾਦੂਨ 'ਚੋਂ ਹੋ ਕੇ। ਪਹਿਲਾਂ ਦੇਹਰਾਦੂਨ ਫਿਰ ਜਾਣਾ ਦਿੱਲੀ। ਕਾਂਗਰਸ ਪਾਰਟੀ ਦਾ ਮਸਲਾ ਇੱਥੇ ਕਿਉਂ ਨਹੀਂ ਉਹਦਾ ਕੋਈ ਹੱਲ ਲੱਭ ਸਕਦੇ? ਕਿਉਂਕਿ ਕੰਟਰੋਲ ਇੱਥੇ ਨਹੀਂ ਹੈ, ਕੰਟਰੋਲ ਕਿਧਰੇ ਹੋਰ ਹੈ। ਕੰਟਰੋਲ ਦਿੱਲੀ ਵੀ ਨਹੀਂ, ਉਹ ਦੇਹਰਾਦੂਨ ਲੱਭਦੇ ਫਿਰਦੇ ਕੰਟਰੋਲ। ਸੋ ਜਿਹੜੇ ਪਾਰਟੀਆਂ ਨੂੰ ਇਹ ਨਹੀਂ ਪਤਾ ਉਹਨਾਂ ਦਾ ਰਿਮੋਟ ਕੰਟਰੋਲ ਕਿੱਥੇ ਹੈ, ਦੱਸੋ ਕਿਵੇਂ ਚੱਲੇਗਾ ਕੰਮ। ਕੇਸੀ ਜੀ, ਕਿਸੇ ਸਿਆਸੀ ਧਿਰ ਨੂੰ ਇਹ ਮੰਚ ਜਿਹੜਾ ਸਪੋਰਟ ਕਰਦਾ ਜਾਂ ਫਿਰ ਕਿਸੇ ਸਿਆਸੀ ਧਿਰ ਦਾ ਕੰਮ ਚੰਗਾ ਲੱਗਿਆ ਹੋਵੇ? ਦੇਖੋ, ਸਾਡਾ ਕੰਮ ਹੈ, ਇੱਕ ਪੁਰਾਣੀ ਸਟੇਟਮੈਂਟ ਹੈ ਅੰਗਰੇਜ਼ੀ ਦੇ ਵਿੱਚ, ਵਿਦ ਮਾਈ ਨੇਸ਼ਨ ਆਲਵੇਜ਼, ਵਿਦ ਅ ਗਵਰਨਮੈਂਟ ਸਿਲੈਕਟਿਵਲੀ। ਸੋ ਮੰਚ ਜਿਹੜਾ ਦੇਸ਼ ਦੇ ਨਾਲ ਹੈ, ਪੰਜਾਬ ਦੇ ਨਾਲ ਹੈ, ਤਾਂ ਹੀ ਪੰਜਾਬ ਮੰਚ ਹੈ। ਜੇ ਕੋਈ ਚੰਗਾ ਕੰਮ ਕਰੂਗਾ ਨਾ, ਉਹਨੂੰ ਨਾ ਸਲਾਹਣਾ ਉਹ ਵੀ ਗਲਤ ਹੋਊਗਾ। ਦੇਖੋ, ਹਲੇ ਤਾਂ ਜਿਹੜੇ ਕੰਮ ਅਸੀਂ ਉਸੇ ਤੇ ਕਮੈਂਟ ਕਰ ਸਕਦੇ ਹਾਂ ਜਿਹੜੇ ਆ ਮੁੱਦੇ ਹੈ, ਇਹਨਾਂ ਨੇ ਪਛਾੜ 'ਚ ਕੁਝ ਕੀਤੇ ਹੋਣੇ ਕੰਮ, ਅਸੀਂ ਉਹਦੇ 'ਚ ਨਹੀਂ ਜਾ ਰਹੇ। ਇਹ ਤਾਂ ਨਹੀਂ ਕਹਿ ਸਕਦੇ ਕਿ ਹਰੇਕ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਕੁਝ ਕੰਮ ਤਾਂ ਕੀਤੇ ਹੋਣੇ ਆ, ਲੇਕਿਨ ਉਹਦੇ 'ਚ ਇਸ ਵੇਲੇ ਜਾਣ ਦਾ ਕੋਈ ਫਾਇਦਾ ਨਹੀਂ। ਜਿਹੜੇ ਮੁੱਦੇ ਅੱਜ ਨੇ ਉਸ 'ਤੇ ਅਸੀਂ ਸਵਾਲ ਕਰੀਏ ਕਿ ਇਹਨਾਂ ਦਾ ਕੀ ਇਲਾਜ ਹੈ। ਇਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਵਿਚਰੂਗੀ ਹੁਣ ਇਹ ਮੰਚ ਜਿਹੜਾ ਹੈ, ਤੇ ਲੋਕ ਕਿਸ ਤਰ੍ਹਾਂ ਵਿਸ਼ਵਾਸ ਕਰਨ, ਤੇ ਲੋਕਾਂ ਦਾ ਕੀ ਫਾਇਦਾ? ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਆਹੀ ਤਰੀਕਾ ਹੈ। ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਉਹਨਾਂ ਦੇ ਮਨ 'ਚ ਜਿਹੜੇ ਸਵਾਲ ਆਉਂਦੇ ਆ, ਅਸੀਂ ਚੈਨਲ ਖੋਲ੍ਹੀ ਹੈ ਸੋਸ਼ਲ ਮੀਡੀਆ ਦੇ ਰਾਹੀਂ, ਉਹ ਸਾਨੂੰ ਸਵਾਲ ਭੇਜ ਸਕਦੇ ਹੈ, ਸਵਾਲ ਪੁੱਛਣਗੇ, ਅਸੀਂ ਉਹਨਾਂ ਦੇ ਜਵਾਬ ਦੇਵਾਂਗੇ। ਵਿਸ਼ਵਾਸ ਤਾਂ ਇੰਝ ਹੀ ਬਣਦਾ ਹੈ ਨਾ ਲੋਕਤੰਤਰ 'ਚ, ਗੱਲਬਾਤ ਦੇ ਨਾਲ। ਸੋ ਉਹ ਜੇ ਹੋ ਸਕਦਾ ਕੋਈ ਐਸੇ ਮੁੱਦੇ ਹੋਣ ਜਿਹੜੇ ਅਸੀਂ ਨਹੀਂ ਉਠਾ ਰਹੇ, ਹੋ ਸਕਦਾ ਇਹ ਮੁੱਦਿਆਂ 'ਚੋਂ ਉਹ ਮੁੱਦੇ ਜਿਨ੍ਹਾਂ ਨੂੰ ਉਹ ਅਹਿਮ ਸਮਝਦੇ ਹੈ, ਅਸੀਂ ਉਹਨਾਂ ਨੂੰ ਮੂਹਰੇ ਨਾ ਲਾਇਆ ਹੋਵੇ, ਫਿਰ ਉਹਦੀ ਪਹਿਲਾਂ ਗੱਲ ਕਰਾਂਗੇ। ਸੋ ਇਸ ਕਰਕੇ ਇਹ ਵਾਰਤਾਲਾਪ ਤਾਂ ਚੱਲਦਾ ਰਹੇਗਾ, ਡਾਇਲੌਗ ਹੈ। ਕੇਸੀ ਜੀ, ਤੁਹਾਨੂੰ ਨਹੀਂ ਲੱਗਦਾ ਬਹੁਤ ਦੇਰੀ ਹੋ ਚੁੱਕੀ ਹੈ ਇਸ ਮੰਚ ਨੂੰ ਲਿਆਉਣ ਲਈ, ਕਿਉਂਕਿ ਵਿਧਾਨ ਸਭਾ ਚੋਣਾਂ ਜਿਹੜੀਆਂ ਬਹੁਤ ਨਜ਼ਦੀਕ ਨੇ? ਦੇਖੋ, ਇਹ ਚੋਣਾਂ ਨਾਲ ਲਿੰਕ ਨਹੀਂ ਹੈ। ਪਿੱਛੇ ਸਾਲ ਡੇਢ ਸਾਲ ਤਾਂ ਬਿਮਾਰੀ ਸੀ, ਇੰਨੇ ਬੰਦੇ ਉਹੀ ਇਕੱਠੇ ਅਸੀਂ ਇੱਕ ਬਿਲਡਿੰਗ 'ਚ ਨਹੀਂ ਸੀ ਕਰ ਸਕਦੇ, ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਸੀਗੀਆਂ। ਇਸ ਕਰਕੇ ਸਾਲ ਕੁ ਤਾਂ ਉਹਦੇ ਲਈ ਡਿਲੇ ਹੋ ਗਿਆ। ਹੁਣ ਅਸੀਂ ਬਣਾਇਆ, ਇਹ ਵੈਸੇ ਹੀ ਕੁਦਰਤੀ ਇਲੈਕਸ਼ਨ ਆ ਰਹੀ ਹੈ, ਲੇਕਿਨ ਚਲੋ ਇਲੈਕਸ਼ਨ ਵੀ ਆ ਜਾਂਦੀ ਹੈ, ਸਰਕਾਰ ਵੀ ਬਣ ਜਾਂਦੀ ਨਵੀਂ। ਮੰਚ ਦਾ ਤਾਂ ਜਿਹੜਾ ਰੋਲ ਹੈ ਉਹ ਚੱਲਦਾ ਰਹੇਗਾ, ਕਿਉਂਕਿ ਉਹ ਸਰਕਾਰ ਨੂੰ ਵੀ ਚੁਕੰਨਾ ਰੱਖਾਂਗੇ ਵੀ ਭਾਈ ਆਹ ਮੁੱਦੇ ਸੀ, ਜਿਹੜੇ ਮੁੱਦੇ ਹੁਣ ਤੁਸੀਂ ਕੁਛ ਤਾਂ ਮੁੱਦੇ ਉਹਨਾਂ ਨੂੰ ਅਸੀਂ ਮਜਬੂਰ ਕਰਾਂਗੇ ਚੱਕਣ 'ਤੇ, ਕੁਝ ਮੁੱਦੇ ਕੁਝ ਉਹ ਜਿਹੜੇ ਵਾਅਦੇ ਕਰਨਗੇ, ਫਿਰ ਉਹ ਵਾਅਦਿਆਂ 'ਤੇ ਦੇਖਾਂਗੇ ਉਹਨੇ ਵਾਅਦੇ ਰੱਖੇ ਕਿ ਨਹੀਂ ਆਪਣੇ। ਕੇਸੀ ਜੀ, ਅਖੀਰਲਾ ਸਵਾਲ ਹੈ, ਅਗਲੀ ਰਣਨੀਤੀ ਐਕਸ਼ਨ ਪਲਾਨ ਕੀ ਤੁਹਾਡਾ? ਇਸ ਹਫ਼ਤੇ ਬਾਹਰ ਨੂੰ ਅਸੀਂ ਜਾਵਾਂਗੇ ਅਨੰਦਪੁਰ ਸਾਹਿਬ, ਕਿਉਂਕਿ ਚੰਡੀਗੜ੍ਹ ਦੇ ਨੇੜੇ ਮੈਂ ਹਮੇਸ਼ਾ ਅਨੰਦਪੁਰ ਸਾਹਿਬ ਜਾਣਾ, ਖਾਲਸਾ ਉੱਥੋਂ ਚੱਲਿਆ। ਸੋ ਪਹਿਲਾਂ ਉਸ ਤਖਤ 'ਤੇ ਜਾਵਾਂਗੇ, ਨਾਲ ਦੀ ਨਾਲ ਨੈਣਾ ਦੇਵੀ। ਆਮ ਤੌਰ 'ਤੇ ਲੋਕ ਜਾਂਦੇ ਆ ਅੰਮ੍ਰਿਤਸਰ ਸਵਰਨ ਆਪਣੇ ਗੋਲਡਨ ਟੈਂਪਲ ਦੇ ਨਾਲ ਦੀ ਨਾਲ ਜਾਂਦੇ ਆ, ਹਰਿਮੰਦਰ ਸਾਹਿਬ 'ਤੇ ਜਾਂਦੇ ਆ ਦੁਰਗਿਆਨਾ ਟੈਂਪਲ। ਸੋ ਅਸੀਂ ਇੱਥੇ ਕਰਾਂਗੇ। ਆਉਂਦੇ ਹੋਏ ਇੱਕ ਜਗ੍ਹਾ ਇੱਕ ਛੋਟੀ ਜਿਹੀ ਪਬਲਿਕ ਮੀਟਿੰਗ ਰੱਖੀ ਹੈ, ਜ਼ਿਆਦਾ ਬੰਦੇ ਨਹੀਂ, 200-400 ਜਿਹੜੇ ਇਸ ਏਰੀਏ ਦੇ ਸਰਪੰਚ, ਪੰਚ ਸਰਪੰਚ ਔਰ ਲੰਬਰਦਾਰ, ਉਹਨਾਂ ਨਾਲ ਪਹਿਲੀ ਮੁਲਾਕਾਤ ਕਰਾਂਗੇ।
ਉਹਦੇ ਬਾਅਦ ਫਿਰ ਸ਼ੁਰੂਆਤ ਹੋਏਗੀ। ਫਿਰ ਉਹਦੇ ਬਾਅਦ ਸੈਮੀਨਾਰ ਵੀ ਕਰਾਂਗੇ, ਇੱਕ ਸਟੂਡੀਓ ਦੇ ਅੰਦਰ ਵੀ 4-5 ਬੰਦੇ ਜਾ ਕੇ ਮੁੱਦਾ ਡਿਸਕਸ ਕਰਾਂਗੇ ਟੀਵੀ ਚੈਨਲ ਤੇ। ਸੋ ਕਈ ਮਾਧਿਅਮ, ਫਿਰ ਹੋ ਸਕਦਾ ਵੈਬਿਨਾਰ ਕਰਕੇ ਸੋਸ਼ਲ ਮੀਡੀਆ ਤੇ ਲਾਈਵ ਚਲੇ ਜਾਈਏ। ਸੋ ਜਿਵੇਂ ਜਿਵੇਂ ਲੋਕ ਜੁੜਨਗੇ ਤਰੀਕਾ ਬਦਲਦੇ ਰਹਾਂਗੇ। ਮੈਂ ਤਾਂ ਤੁਹਾਨੂੰ ਕਿਹਾ ਸੀ ਗੁਰਿਲਾ ਹੈ, ਇਹ ਕੋਈ ਫੌਜ ਇਹ ਨਹੀਂ ਹੈ ਕਿ ਅਸੀਂ ਟੈਂਕ ਚਲਾਉਣੇ ਹੈ। ਅਸੀਂ 4 ਬੰਦੇ ਵੀ ਕੰਮ ਕਰਾਂਗੇ, 5 ਵੀ ਕਰਾਂਗੇ, 6 ਵੀ, ਜਿਹੜਾ ਹਥਿਆਰ ਸਾਡੇ ਹੱਥ 'ਚ ਆਏਗਾ ਵਰਤਾਂਗੇ। ਹਾਂਜੀ, ਤਾਂ ਇਹ ਸਨ ਸਾਂਝਾ ਸੁਨਹਿਰਾ ਪੰਜਾਬ ਮੰਚ ਦੇ ਕਨਵੀਨਰ ਕੇਸੀ ਸਿੰਘ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨੁਹਾਰ ਬਦਲਣ ਦੇ ਲਈ ਇੱਕ ਨਿੱਕਾ ਜਿਹਾ ਕਦਮ ਇਹ ਮੰਚ ਦੀ ਸ਼ੁਰੂਆਤ ਹੈ। ਕੈਮਰਾਮੈਨ ਵਿਨੇ ਦੇ ਨਾਲ ਸਤਵਿੰਦਰ ਰੰਧਾਵਾ, ਸਾਂਝਾ ਟੀਵੀ, ਚੰਡੀਗੜ੍ਹ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।